ਗੁਰੂ ਪਿਆਰੀ ਸਾਧ ਸੰਗਤ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਦਿੱਲੀ ਤੋਂ ਆਪਣਾ ਟ੍ਰਿਪ ਸ਼ੁਰੂ ਕੀਤਾ ਗੁਰਦੁਆਰਾ ਨਾਨਕ ਮਤਾ ਸਾਹਿਬ ਵਾਸਤੇ ਤੇ ਇਹ ਬਹੁਤ ਹੀ ਸੋਹਣੀ ਦਰਸ਼ਨੀ ਦਿਉੜੀ ਬਣੀ ਹੈ ਗੁਰਦੁਆਰਾ ਨਾਨਕ ਮਤਾ ਗੁਰਦੁਆਰੇ ਦੀ ਮੇਨ ਐਂਟਰੈਂਸ ਤੇ, ਜੋ ਕਿ ਮੇਨ ਹਾਈਵੇ ਤੇ ਹੀ ਬਣੀ ਹੈ। ਇਹ ਉੱਤਰਾਖੰਡ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜੋ ਕਿ ਅੱਜ ਤੋਂ 24 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦਾ ਹੀ ਇੱਕ ਹਿੱਸਾ ਹੁੰਦਾ ਸੀ। ਇਹ ਸਾਹਮਣੇ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਬਣੀ ਹੋਈ ਹੈ ਔਰ ਇਹਦਾ ਇਤਿਹਾਸ ਸੁਣੋਗੇ ਤੇ ਆਪ ਜੀ ਹੋਰ ਵੀ ਆਪਣੇ ਆਪ ਨੂੰ ਪ੍ਰਾਊਡ ਫੀਲ ਕਰੋਗੇ। ਇਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ, ਬਹੁਤ ਹੀ ਸੋਹਣਾ ਮਨਮੋਹਕ ਦ੍ਰਿਸ਼ ਹੈ। ਐਵੇਂ ਲੱਗਦਾ ਹੈ ਜਿੱਦਾਂ ਕਿ ਅਸੀਂ ਸਵਰਗ ਲੋਕ ਦੇ ਵਿੱਚ ਹੀ ਘੁੰਮ ਰਹੇ ਹੋਈਏ। ਆਪ ਜੀ ਪਵਿੱਤਰ ਸਥਾਨ ਦੇ ਦਰਸ਼ਨ ਕਰੋ, ਨਾਲ ਦੀ ਨਾਲ ਆਪ ਨੂੰ ਅੱਗੇ ਹੋਰ ਵੀ ਗੱਲਾਂ ਦੱਸਾਂਗੇ। ਸੋ ਆਓ ਅੱਗੇ ਚੱਲੀਏ। ਇਹ ਗੁਰਦੁਆਰਾ ਸਾਹਿਬ ਦੇ ਪਰਿਸਰ ਦੇ ਵਿੱਚ ਉੱਥੇ ਲੋਕਲ ਮਾਰਕੀਟ ਵੀ ਬਣੀ ਹੋਈ ਹੈ, ਜਿੱਥੇ ਭਾਂਡੇ, ਕੱਪੜੇ, ਨਿਸ਼ਾਨ ਸਾਹਿਬ ਜਾਂ ਹੋਰ ਵੀ ਘਰ ਵਾਸਤੇ ਕੀਮਤੀ ਯਾਦਗਾਰ ਚੀਜ਼ਾਂ ਲੋਕੀ ਲੈ ਸਕਦੇ ਹਨ। ਨਾਲੇ ਹੋਰ ਹੀ ਵਿਭਿੰਨ ਪ੍ਰਕਾਰ ਦੇ ਸਟਾਲ ਵੀ ਲੱਗੇ ਹੋਏ ਹਨ, ਜਿੱਦਾਂ ਦੀ ਵੀ ਕਿਸੇ ਦੀ ਰੁਚੀ ਹੋਏ ਉਹ ਉਸ ਪ੍ਰਕਾਰ ਦਾ ਭੋਜਨ ਛਕ ਸਕਦਾ ਹੈ। ਇੱਥੇ ਲੋਕਲ ਘੁੰਮਣ ਵਾਸਤੇ ਬੈਟਰੀ ਰਿਕਸ਼ੇ ਅਵੇਲੇਬਲ ਰਹਿੰਦੇ ਹਨ। ਇਹ ਦੇਖੋ ਗੁਰਦੁਆਰਾ ਸਾਹਿਬ ਦਾ ਪਰਿਸਰ, ਬੜਾ ਹੀ ਮਨਮੋਹਕ ਦ੍ਰਿਸ਼। ਆਪ ਜੀ ਨੂੰ ਮੌਕਾ ਮਿਲੇ, ਆਪ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਇੱਥੇ ਆਉਣ ਦਾ ਮੌਕਾ ਬਣਾਓ। ਇੱਥੇ ਪ੍ਰਬੰਧ ਬਹੁਤ ਹੀ ਅੱਛਾ ਹੈ। ਅਸੀਂ ਆਪਣੀ ਗੱਡੀ ਪਾਰਕ ਕਰਨ ਤੋਂ ਬਾਅਦ ਇੱਥੇ ਰੂਮ ਲਿੱਤਾ। ਰੂਮ ਲੈਣ ਤੋਂ ਬਾਅਦ ਕੁਝ ਦੇਰ ਆਰਾਮ ਕੀਤਾ। ਉਸ ਤੋਂ ਬਾਅਦ ਆਪਣੇ ਵਸਤਰ ਚੇਂਜ ਕਰਕੇ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਏ। ਸੋ ਆਓ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ। ਸਭ ਤੋਂ ਪਹਿਲੇ ਜੋੜਾ ਘਰ ਗਏ, ਉੱਥੇ ਜੋੜੇ ਜਮ੍ਹਾਂ ਕਰਵਾ ਕੇ ਆਪਾਂ ਸਭ ਤੋਂ ਪਹਿਲੇ ਲੰਗਰ ਛਕਿਆ। ਬਹੁਤ ਹੀ ਸਾਨੂੰ ਭੁੱਖ ਲੱਗੀ ਹੋਈ ਸੀ। ਅਸੀਂ ਲੰਗਰ ਛਕਣ ਤੋਂ ਉਪਰੰਤ ਗੁਰਦੁਆਰਾ ਸਾਹਿਬ ਆਏ। ਹੁਣ ਇਹ ਗੁਰਦੁਆਰਾ ਸਾਹਿਬ ਦਾ ਫਰੰਟ ਹੈ। ਹੁਣ ਇਸ ਤੋਂ ਅੱਗੇ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਇਹ ਆਮ ਯਾਤਰੀਆਂ ਵਾਸਤੇ ਸ਼ੈੱਡ ਬਣਾਇਆ ਗਿਆ ਹੈ, ਜੋ ਕਿ ਗਰਮੀ ਹੋਣ ਕਰਕੇ ਲੋਕਾਂ ਨੂੰ ਛਾਂ ਵੀ ਦਿੰਦਾ ਹੈ। ਇਹ ਤਕਰੀਬਨ ਤੁਹਾਨੂੰ ਹਰ ਗੁਰਦੁਆਰੇ ਵਿੱਚ ਮਿਲੇਗਾ। ਇੱਥੇ ਗ੍ਰੀਨਰੀ, ਹਾਰਟੀਕਲਚਰ ਤੇ ਬਾਗ ਬਗੀਚੇ ਬਹੁਤ ਹੀ ਸੋਹਣੇ ਮੇਨਟੇਨ ਕੀਤੇ ਹੋਏ ਨੇ। ਤੁਸੀਂ ਆਓ, ਕਦੀ ਮੌਕਾ ਮਿਲੇ, ਤੁਹਾਨੂੰ ਬਹੁਤ ਹੀ ਅੱਛਾ ਲੱਗੇਗਾ। ਇੱਥੇ ਤੁਹਾਡਾ ਜੀ ਹੀ ਨਹੀਂ ਕਰੇਗਾ ਕਦੀ ਵਾਪਸ ਜਾਣ ਦਾ। ਮੂੰਹ ਹੱਥ ਤੇ ਪੈਰ ਧੋਣ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਪਰਿਸਰ 'ਚ ਆ ਗਏ। ਸਾਨੂੰ ਨਹੀਂ ਪਤਾ ਸੀਗਾ ਪਹਿਲੀ ਵਾਰੀ ਆਉਣ ਕਰਕੇ ਕਿ ਕੀ ਚੀਜ਼ ਕਿੱਥੇ ਸੁਸ਼ੋਭਿਤ ਹੈ। ਸੋ ਅਸੀਂ ਵਾਹਿਗੁਰੂ ਦੇ ਅਣਜਾਣ ਬੱਚੇ ਸਮਝ ਕੇ ਹੀ ਆਪਣੇ ਆਪ ਨੂੰ ਅੱਗੇ ਚੱਲਦੇ ਗਏ, ਇਤਿਹਾਸ ਪੜ੍ਹਦੇ ਗਏ। ਅੱਗੇ ਸਾਨੂੰ ਉੱਥੇ ਦੇ ਪ੍ਰਬੰਧਕਾਂ ਨੇ ਵੀ ਇਤਿਹਾਸ ਨਾਲ ਜਾਣੂ ਕਰਵਾਇਆ। ਸੋ ਆਓ ਗੁਰਦੁਆਰਾ ਸਾਹਿਬ ਦੇ ਅੰਦਰ ਆਪ ਸਭ ਨੂੰ ਲੈ ਕੇ ਚੱਲਦੇ ਹਾਂ ਤੇ ਦਰਸ਼ਨ ਮੇਲਾ ਕਰਾਉਂਦੇ ਹਾਂ। ਬਹੁਤ ਹੀ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ। ਅੰਦਰ ਰੂਹਾਨੀ ਕੀਰਤਨ, ਹਰਜਸ ਕੀਰਤਨ 24 ਘੰਟੇ ਚੱਲਦਾ ਰਹਿੰਦਾ ਹੈ। ਸੋ ਆਓ ਅੰਦਰ ਚਲੀਏ ਗੁਰੂ ਪਿਆਰੀ ਸਾਧ ਸੰਗਤ ਜੀਓ। ਗੁਰਦੁਆਰਾ ਸਾਹਿਬ 'ਚ ਪ੍ਰਵੇਸ਼ ਕਰਦੇ ਹੀ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਇਹ ਬਹੁਤ ਹੀ ਸੋਹਣਾ ਭੋਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦਾ ਇਤਿਹਾਸ ਦੱਸਿਆ ਜਾਂਦਾ ਹੈ ਕਿ ਜਦ ਸਿੱਧਾਂ ਦੀਆਂ ਗੁਰੂ ਨਾਨਕ ਦੇਵ ਜੀ ਨਾਲ ਇੱਥੇ ਉਹਨਾਂ ਨੂੰ ਇੱਥੋਂ ਕੱਢਣ ਦੀਆਂ ਸਭ ਕੋਸ਼ਿਸ਼ਾਂ ਨਾਕਾਮ ਹੋ ਗਈਆਂ, ਤਾਂ ਗੁਰੂ ਜੀ ਨੂੰ ਛੱਲਣ ਵਾਸਤੇ ਉੱਥੇ ਦੇ ਸਿੱਧਾਂ ਨੇ ਇੱਕ ਟੋਆ ਪੁੱਟ ਕੇ ਉਸ ਦੇ ਵਿੱਚ ਇੱਕ ਬੱਚੇ ਨੂੰ ਛਿਪਾ ਦਿੱਤਾ ਤੇ ਬੱਚੇ ਨੂੰ ਸਮਝਾ ਦਿੱਤਾ ਕਿ ਜਦ ਵੀ ਅਸੀਂ ਕੁਝ ਵੀ ਆਖਾਂਗੇ ਜਾਂ ਧਰਤੀ ਬਾਰੇ ਪੁੱਛਾਂਗੇ ਕਿ ਇਹ ਧਰਤੀ ਕਿਹਦੀ ਹੈ, ਤੇ ਤੁਸੀਂ ਇਹੀ ਕਹਿਣਾ ਹੈ ਕਿ ਇਹ ਧਰਤੀ ਸਿੱਧਾਂ ਦੀ ਹੈ। ਜਦੋਂ ਦੂਜੀ ਵਾਰੀ ਪੁੱਛਿਆ ਗਿਆ ਕਿ ਇਹ ਧਰਤੀ ਕਿਹਦੀ ਹੈ, ਤਾਂ ਬੱਚੇ ਨੇ ਫਿਰ ਆਖਿਆ ਕਿ ਇਹ ਧਰਤੀ ਸਿੱਧਾਂ ਦੀ ਹੈ। ਫਿਰ ਤੀਸਰੀ ਵਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਖਿਆ ਕਿ ਚਲੋ ਹੁਣ ਅਸੀਂ ਸਿੱਧਾ ਧਰਤੀ ਮਾਤਾ ਤੋਂ ਹੀ ਪੁੱਛ ਲੈਂਦੇ ਹਾਂ ਕਿ ਤੂੰ ਕਿਹਦੀ ਹੈ। ਜਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਤੀ ਤੋਂ ਪੁੱਛਿਆ ਕਿ ਤੂੰ ਕਿਹਦੀ ਹੈ, ਤੇ ਧਰਤੀ ਦਾ ਜਵਾਬ 3 ਵਾਰੀ ਆਇਆ ਕਿ ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ।
ਤੇ ਉਸੇ ਸਮੇਂ ਤੋਂ ਗੁਰੂ ਪਿਆਰੀ ਸਾਧ ਸੰਗਤ ਇਸ ਧਰਤੀ ਦਾ ਨਾਮ ਨਾਨਕ ਮਤਾ ਪੈ ਗਿਆ। ਮਤੇ ਦਾ ਅਰਥ ਹੁੰਦਾ ਹੈ ਧਰਤੀ, ਕਿ ਵੀ ਇਹ ਧਰਤੀ ਪਹਿਲਾਂ ਕਿਹਦੀ ਸੀ? ਇਹ ਗੋਰਖਨਾਥ ਦੀ ਸੀਗੀ। ਜਦੋਂ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹੋਈ ਤੇ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੋ ਗਈ। ਧਰਤੀ ਨੂੰ ਉੱਥੇ ਦੀ ਲੋਕਲ ਭਾਸ਼ਾ ਦੇ ਵਿੱਚ ਮਤਾ ਆਖਿਆ ਜਾਂਦਾ ਹੈ। ਇਸ ਕਰਕੇ ਧਰਤੀ ਕਿਹਦੀ? ਨਾਨਕ ਦੀ। ਇਸ ਕਰਕੇ ਨਾਨਕ ਮਤਾ ਇਸ ਦਾ ਨਾਮ ਪੈ ਗਿਆ। ਉਸ ਤੋਂ ਬਾਅਦ ਅਸੀਂ ਬਾਹਰ ਪਰਿਸਰ ਦੇ ਵਿੱਚ ਨਿਕਲੇ ਤੇ ਸਾਨੂੰ ਦਰਸ਼ਨ ਹੋਏ ਉਸੇ ਪਵਿੱਤਰ ਪਿੱਪਲ ਸਾਹਿਬ ਦੇ, ਜੋ ਕਿ ਸਿੱਧਾ ਨੇ ਕਿਸੇ ਸਮੇਂ ਬਾਬਾ ਜੀ ਦੀ ਪ੍ਰੀਖਿਆ ਲੈਣ ਖਾਤਰ ਇਹਨੂੰ ਧਰਤੀ ਤੋਂ 6 ਫੁੱਟ ਉੱਪਰ ਉਛਾਲਤਾ ਸੀ, ਜਿਹਦਾ ਇਤਿਹਾਸ ਆਪ ਜੀ ਸਕਰੀਨਸ਼ਾਟ ਰਾਹੀਂ ਵੀ ਲੈ ਸਕਦੇ ਹੋ ਤੇ ਪੜ੍ਹ ਸਕਦੇ ਹੋ। ਤੇ ਸੰਖੇਪ ਵਿੱਚ ਮੈਂ ਜੇ ਦੱਸ ਦੇਵਾਂ ਤੇ ਇਹ ਪਿੱਪਲ ਸਾਹਿਬ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਰਹਿਮਤਾਂ ਦਾ ਪ੍ਰਤੀਕ ਹੈ। ਤੀਸਰੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਸਥਾਨ ਤੇ ਪੁੱਜੇ ਤਾਂ ਇਹ ਪਿੱਪਲ ਸੁੱਕਾ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੁੰਦਿਆਂ ਹੀ ਇਹ ਪਿੱਪਲ ਹਰਾ ਭਰਾ ਹੋ ਗਿਆ। ਗੁਰੂ ਜੀ ਦਾ ਇਹ ਅਲੌਕਿਕ ਚੋਜ ਵੇਖ ਕੇ ਸਿੱਧਾਂ ਦੀਆਂ ਈਰਖਾ ਵਸ਼ ਹੋ ਆਪਣੀਆਂ ਯੋਗ ਸ਼ਕਤੀ ਨਾਲ ਪਿੱਪਲ ਨੂੰ ਹਵਾ ਦੇ ਵਿੱਚ ਉਡਾ ਦਿੱਤਾ। ਗੁਰੂ ਜੀ ਨੇ ਆਪਣੀ ਕਿਰਪਾ ਨਾਲ ਉਡਦੇ ਹੋਏ ਪਿੱਪਲ ਨੂੰ ਆਪਣਾ ਪਵਿੱਤਰ ਪੰਜਾ ਲਾ ਕੇ ਜ਼ਮੀਨ ਤੇ 6-7 ਫੁੱਟ ਉੱਪਰ ਹੀ ਰੋਕ ਲਿਆ। ਇਸ ਕਰਕੇ ਆਖਿਆ ਜਾਂਦਾ ਹੈ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫੇਰ ਕਰਬਾਸ ਨਾ ਭਰਿਆ ਰੇ। ਗੁਰੂ ਨਾਨਕ ਦੇਵ ਜੀ ਦੇ ਚਲੇ ਜਾਣ ਤੋਂ ਉਪਰੰਤ ਬਾਬਾ ਅਲਮਸਤ ਜੀ ਇੱਥੇ ਆਏ ਤੇ ਸੇਵਾ ਸੰਭਾਲ 'ਚ ਲੱਗ ਗਏ। ਤੇ ਇਸੇ ਪਵਿੱਤਰ ਸਥਾਨ ਤੋਂ ਥੋੜੀ ਦੂਰੀ ਤੇ ਗੁਰਦੁਆਰਾ ਦੁੱਧ ਵਾਲਾ ਖੂਹ ਸਥਾਪਿਤ ਹੈ, ਜੋ ਠੀਕ ਗੁਰਦੁਆਰਾ ਨਾਨਕ ਮਤੇ ਤੋਂ 700 ਮੀਟਰ ਦੀ ਦੂਰੀ ਤੇ ਹੈ। ਇੱਥੇ ਪੈਦਲ ਵੀ ਜਾਇਆ ਜਾ ਸਕਦਾ ਹੈ, ਜਿਹਦਾ ਇਤਿਹਾਸ ਇਸ ਪ੍ਰਕਾਰ ਦੱਸਿਆ ਜਾਂਦਾ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਾਵਨ ਅਸਥਾਨ ਤੇ ਤੀਜੀ ਉਦਾਸੀ ਸਮੇਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਆਏ। ਭਾਈ ਮਰਦਾਨਾ ਜੀ ਨੇ ਭੁੱਖ ਲੱਗਣ ਤੇ ਦੁੱਧ ਦੀ ਇੱਛਾ ਜ਼ਾਹਿਰ ਕੀਤੀ ਤੇ ਗੁਰੂ ਜੀ ਨੇ ਕਿਹਾ ਕਿ ਆਪਾਂ ਸਿੱਧ ਜੋਗੀਆਂ ਦੇ ਪ੍ਰਾਹੁਣੇ ਹਾਂ, ਇਹਨਾਂ ਕੋਲੋਂ ਦੁੱਧ ਮੰਗ ਲਵੋ। ਜਦੋਂ ਭਾਈ ਮਰਦਾਨਾ ਜੀ ਦੀ ਸਿੱਧ ਜੋਗੀਆਂ ਪਾਸ ਆਏ ਤਾਂ ਸਿੱਧਾਂ ਨੇ ਕਿਹਾ ਕਿ ਜੇ ਤੇਰਾ ਗੁਰੂ ਇੰਨਾ ਹੀ ਸਮਰਥ ਹੈ ਤਾਂ ਉਹਨਾਂ ਪਾਸੋਂ ਦੁੱਧ ਦੀ ਮੰਗ ਕਰ। ਭਾਈ ਮਰਦਾਨਾ ਜੀ ਨਿਰਾਸ਼ ਗੁਰੂ ਜੀ ਕੋਲ ਵਾਪਸ ਆਏ ਤੇ ਸਿੱਧਾਂ ਨੇ ਦੁੱਧ ਦੇਣ ਤੋਂ ਮਨਾ ਕਰ ਦਿੱਤਾ ਹੈ ਇਹ ਦੱਸਿਆ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਗੜਵਾ ਲੈ ਕੇ ਇਸ ਖੂਹ ਵਿੱਚੋਂ ਦੁੱਧ ਕੱਢ ਲਵੋ ਤੇ ਆਪ ਵੀ ਛਕੋ ਤੇ ਸਿੱਧਾਂ ਨੂੰ ਵੀ ਛਕਾਓ। ਗੁਰੂ ਜੀ ਦੇ ਬਚਨ ਮੰਨ ਕੇ ਭਾਈ ਮਰਦਾਨਾ ਜੀ ਗੜਵਾ ਦੁੱਧ ਦਾ ਖੂਹ ਵਿੱਚੋਂ ਭਰ ਕੇ ਆਪ ਵੀ ਛਕਿਆ ਤੇ ਉੱਥੇ ਸਿੱਧਾਂ ਨੂੰ ਵੀ ਛਕਾਇਆ। ਅੱਜ ਸੰਗਤਾਂ ਦੇਸ਼ ਵਿਦੇਸ਼ ਤੋਂ ਆ ਕੇ ਇਸ ਪਾਵਨ ਸਥਾਨ ਤੇ ਦਰਸ਼ਨ ਕਰਕੇ ਇਤਿਹਾਸਿਕ ਖੂਹ ਦਾ ਅੰਮ੍ਰਿਤ ਜਲ ਛਕ ਕੇ ਦੁੱਖ ਦਰਦ ਦੂਰ ਕਰਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਅੱਜ ਕੱਲ੍ਹ ਇਸ ਪਵਿੱਤਰ ਗੁਰੂ ਸਥਾਨ ਦੀ ਕਾਰ ਸੇਵਾ ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਤਰਸੇਮ ਸਿੰਘ ਜੀ ਤੇ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਪ ਜੀ ਦੀ ਹੈਰਾਨੀ ਹੁਣ ਇਹ ਹੋਏਗੀ ਕਿ ਹੁਣ ਇਹਦੇ ਵਿੱਚ ਠੰਡਾ ਮਿੱਠਾ ਜਲ ਹੀ ਹੈ, ਦੁੱਧ ਕਿੱਥੇ ਗਿਆ। ਸੋ ਤੁਹਾਨੂੰ ਦੱਸ ਦਈਏ ਕਿ ਜਦੋਂ ਲੋਕਾਂ ਨੇ ਇਸ ਨੂੰ ਵਪਾਰ ਬਣਾ ਲਿਆ, ਲੋਕੀ ਇੱਥੋਂ ਦੀ ਡੋਲੂ ਭਰ ਭਰ ਕੇ ਦੁੱਧ ਵੇਚਣ ਲੱਗ ਗਏ, ਤਾਂ ਗੁਰੂ ਜੀ ਨੇ ਆਪਣਾ ਵਚਨ ਵਾਪਸ ਲੈ ਲਿਆ। ਸੋ ਉਦੋਂ ਤੋਂ ਹੀ ਇਹ ਜਲ ਦਾ ਰੂਪ ਹੋ ਗਿਆ। ਬਟ ਸਾਡੇ ਲਈ ਤੇ ਅੰਮ੍ਰਿਤ ਹੀ ਹੈ। ਇਹ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਆਲੀਸ਼ਾਨ ਬਿਲਡਿੰਗ, ਜੋ ਕਿ ਹਲੇ ਨਿਰਮਾਣ ਅਧੀਨ ਹੈ। ਦਰਸ਼ਨ ਕਰੋ। ਦੁੱਧ ਦਾ ਖੂਹ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਪ੍ਰੋਗਰਾਮ ਬਣਾਇਆ ਕਿ ਇੱਥੇ ਬਹੁਤ ਹੀ ਸੁੰਦਰ ਬੋਲੀ ਬਣੀ ਹੋਈ ਹੈ। ਉੱਥੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੇ ਵੀ ਚਰਨ ਛੋਹ ਪ੍ਰਾਪਤ ਧਰਤੀ ਹੈ। ਉੱਥੇ ਜਾਣ ਵਾਸਤੇ ਅਸੀਂ ਇੱਕ ਲੋਕਲ ਬੈਟਰੀ ਰਿਕਸ਼ਾ ਹਾਇਰ ਕੀਤਾ, ਜੋ ਕਿ ਸਿਰਫ 10-10 ਰੁਪਏ ਸਵਾਰੀ ਲੈਂਦਾ ਹੈ ਤੇ ਉਹਨੂੰ ਗੁਰਦੁਆਰਾ ਬੋਲੀ ਸਾਹਿਬ ਦੇ ਕੋਲ ਲਾ ਦਿੰਦਾ ਹੈ। ਰਾਸਤੇ ਵਿੱਚ ਅਲੱਗ-ਅਲੱਗ ਸਟਾਲ ਲੱਗੇ ਹੋਏ ਹਨ,
ਜਿਹੜੇ ਖੱਬੇ ਪਾਸੇ ਤੁਸੀਂ ਵਾਈਟ ਕਲਰ ਦੀ ਬਿਲਡਿੰਗ ਦੇਖ ਰਹੇ ਹੋ, ਇਹ ਗੁਰਦੁਆਰਾ ਸਾਹਿਬ ਦੇ ਪਰਿਸਰ ਦੀ ਹੀ ਹੈ। ਇਹਦੇ ਵਿੱਚ ਸੇਵਾਦਾਰਾਂ ਦੇ ਰਹਿਣ ਵਾਸਤੇ ਪ੍ਰਬੰਧ ਕੀਤਾ ਗਿਆ ਹੈ। ਰਸਤਾ ਬਹੁਤ ਹੀ ਪਿਆਰਾ ਰਸਤਾ ਹੈ, ਬਹੁਤ ਹੀ ਸ਼ਾਂਤੀ ਵਾਲਾ। ਇੱਥੇ ਹੋਰ ਸਟੇਟਸ ਨਾਲੋਂ ਟੈਂਪਰੇਚਰ ਵੀ ਘੱਟ ਤੋਂ ਘੱਟ, ਨਹੀਂ ਤੇ 2 ਤੋਂ 2.5 ਡਿਗਰੀ ਘੱਟ ਸੀਗਾ। ਇਹ ਰਸਤੇ ਤੋਂ ਜਾਂਦੇ ਹੋਏ ਇੱਥੇ ਇੱਕ ਬੋਰਡ ਨਜ਼ਰ ਆਇਆ ਜਿਹੜਾ ਕਿ ਇਸ਼ਾਰਾ ਕਰਦਾ ਸੀ ਬੌਲੀ ਸਾਹਿਬ ਗੁਰਦੁਆਰੇ ਵੱਲ। ਇਹ ਉਹੀ ਰਸਤਾ ਜਾ ਰਿਹਾ ਹੈ। ਹਰਿਆਲੀ ਦੇਖੋ ਆਪ ਜੀ, ਕਿੰਨੀ ਸ਼ਾਨਦਾਰ ਮੇਨਟੇਨ ਕੀਤੀ ਹੋਈ ਹੈ। ਅਸੀਂ ਫਸਟ ਟਾਈਮ ਗਏ ਸੀ, ਅਸੀਂ ਸੋਚਿਆ ਸੀ ਪਤਾ ਨਹੀਂ ਯੂਪੀ ਹੈ, ਉਹਦੇ ਵਿੱਚ ਕਿੱਦਾਂ ਦਾ ਹਾਲ ਹੋਏਗਾ, ਕਿੱਦਾਂ ਦਾ ਨਹੀਂ ਹੋਏਗਾ। ਬਟ ਇੱਥੇ ਦੇ ਲੋਕ ਵੀ ਬਹੁਤ ਅੱਛੇ ਹਨ, ਬਹੁਤ ਕੋਆਪਰੇਟਿਵ ਹਨ, ਅਤੇ ਇੱਥੇ ਮਾਹੌਲ ਵੀ ਬਹੁਤ ਅੱਛਾ ਅਤੇ ਉਮਦਾ ਬਰਕਰਾਰ ਸੰਭਾਲ ਰੱਖਿਆ ਹੈ। ਅਸੀਂ ਆਪਣੇ ਸਥਾਨ 'ਤੇ ਪਹੁੰਚ ਚੁੱਕੇ ਹਾਂ। ਕੁਝ ਕੁ ਪੌੜੀਆਂ ਚੜ੍ਹਦੀਆਂ ਹਨ, ਘੱਟ ਤੋਂ ਘੱਟ ਹੋਣੀਆਂ 12-15 ਪੌੜੀਆਂ। ਉੱਤੇ ਚੜ੍ਹਨ ਤੋਂ ਬਾਅਦ ਤੁਹਾਨੂੰ ਉਸ ਪਾਵਨ ਸਥਾਨ ਦੇ ਦਰਸ਼ਨ ਹੋ ਜਾਣਗੇ, ਜੋ ਕਿ ਗੰਗਾ ਕਿਨਾਰੇ ਹੀ ਬਣਿਆ ਹੋਇਆ ਹੈ। ਇਹਨੂੰ ਨਾਨਕ ਸਾਗਰ ਵੀ ਕਿਹਾ ਜਾਂਦਾ ਹੈ। ਇੱਥੇ ਇੱਕ ਬਹੁਤ ਵੱਡਾ ਡੈਮ ਬਣਿਆ ਹੋਇਆ ਹੈ, ਜਿਹਦਾ ਨਾਮ ਵੀ ਬਾਬੇ ਨਾਨਕ ਦੇ ਨਾਮ ਉੱਤੇ ਹੀ ਰੱਖਿਆ ਗਿਆ ਹੈ। ਇਹਦਾ ਨਾਮ ਨਾਨਕ ਸਾਗਰ ਡੈਮ ਹੈ। ਇਹ ਯਾਤਰੂਆਂ ਵਾਸਤੇ ਕੁਝ ਬੈਠਣ ਲਈ ਸਥਾਨ ਬਣਾਇਆ ਗਿਆ, ਜੋ ਕੋਈ ਥੱਕ ਜਾਂਦਾ ਹੈ ਘੁੰਮ ਕੇ ਤੇ ਉਹ ਬੈਠ ਸਕਦਾ ਹੈ, ਆਰਾਮ ਕਰ ਸਕਦਾ ਹੈ। ਇਹ ਅੰਦਰ ਦਾ ਦ੍ਰਿਸ਼ ਬੌਲੀ ਸਾਹਿਬ ਦਾ ਹੈ। ਇੱਥੇ 2 ਪੌੜੀਆਂ ਹਨ, ਇੱਕ ਉਤਰਨ ਵਾਸਤੇ ਤੇ ਇੱਕ ਚੜ੍ਹਨ ਵਾਸਤੇ। ਉਤਰ ਕੇ ਦਰਸ਼ਨ ਕਰਨ ਲਈ ਸਭ ਤੋਂ ਥੱਲੇ ਜਾਣਾ ਪੈਂਦਾ ਹੈ, ਜਿਹਦੇ ਆਪ ਦਰਸ਼ਨ ਕਰ ਰਹੇ ਹੋ। ਇਸ ਸਮੇਂ ਬੌਲੀ ਦੇ ਅੰਮ੍ਰਿਤ ਜਲ ਦੀ ਮਾਤਰਾ ਬਹੁਤ ਹੀ ਘਟੀ ਹੋਈ ਹੈ। ਇਹ ਸਭ ਕੁਦਰਤ ਦੇ ਹੱਥ ਵੱਸ ਹੀ ਹੁੰਦਾ ਹੈ, ਜਾਂ ਨਿਰੰਕਾਰ ਬਾਬੇ ਨਾਨਕ ਦੇ ਹੱਥ ਵੱਸ। ਅਸੀਂ ਵੀ ਜਾ ਕੇ ਪਾਵਨ ਅੰਮ੍ਰਿਤ ਦਾ ਜਲ ਛਕਿਆ ਤੇ ਛਿੱਟੇ ਮਾਰੇ। ਹਾਲਾਂਕਿ ਇਸ ਸਮੇਂ ਯਾਤਰੀਆਂ ਦੀ ਭੀੜ ਇੰਨੀ ਨਹੀਂ ਹੈ, ਉਹਨਾਂ ਦਾ ਆਉਣ ਜਾਣ ਘੱਟ ਹੀ ਹੈ, ਪਰ ਇੱਥੇ 12 ਮਹੀਨੇ 30 ਦਿਨ ਯਾਤਰੀ ਪੰਜਾਬ ਤੋਂ, ਹਿਮਾਚਲ ਤੋਂ, ਜੰਮੂ ਤੋਂ, ਸਾਰੀ ਜਗ੍ਹਾ ਤੋਂ ਆਉਂਦੇ ਜਾਂਦੇ ਰਹਿੰਦੇ ਹਨ। ਇਹਦਾ ਸੰਖੇਪ ਇਤਿਹਾਸ ਆਪ ਜੀ ਨੂੰ ਮੈਂ ਜੇ ਦੱਸਾਂ, ਉਹ ਇਸ ਪ੍ਰਕਾਰ ਹੈ। ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹਰਾਉਣ ਦੇ ਸਾਰੇ ਯਤਨ ਬੇਕਾਰ ਹੋ ਗਏ, ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬੀ ਦਾ ਤਿਉਹਾਰ ਆ ਗਿਆ ਹੈ, ਸਾਨੂੰ ਗੰਗਾ ਇਸ਼ਨਾਨ ਕਰਵਾਓ। ਉਸੇ ਸਮੇਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ, ਜੋ ਕਿ ਇੱਕ ਛੜੀ ਪ੍ਰਕਾਰ ਹੁੰਦੀ ਹੈ, ਦੇ ਕੇ ਉਹਨਾਂ ਨੂੰ ਉਹ ਪਹਾੜਾਂ ਨੂੰ ਗੰਗਾ ਨਦੀ ਲਿਆਉਣ ਲਈ ਕਿਹਾ ਅਤੇ ਆਖਿਆ ਕਿ ਉਸ ਛੜੀ ਦੇ ਨਾਲ ਤੁਸੀਂ ਲਕੀਰ ਖਿੱਚਦੇ ਆਓਗੇ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ। ਭਾਈ ਮਰਦਾਨਾ ਜੀ ਫੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ 'ਤੇ ਆ ਕੇ ਉਹਨਾਂ ਪਿੱਛੇ ਮੁੜ ਕੇ ਵੇਖ ਲਿਆ ਤਾਂ ਗੰਗਾ ਨਦੀ ਉੱਥੇ ਹੀ ਰੁਕ ਗਈ। ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਅਸੀਂ ਗੰਗਾ ਇੱਥੇ ਤੱਕ ਲੈ ਆਏ ਹਾਂ, ਅੱਗੇ ਤੁਸੀਂ ਲੈ ਆਵੋ। ਸਿੱਧਾਂ ਨੇ ਸਾਰੇ ਯਤਨ ਲਾ ਲਏ, ਪਰ ਗੰਗਾ ਅੱਗੇ ਨਾ ਲਿਆ ਸਕੇ। ਇਸੇ ਹੀ ਸਥਾਨ 'ਤੇ ਆ ਕੇ ਗੰਗਾ ਰੁਕ ਗਈ ਤੇ ਇਹ ਪਵਿੱਤਰ ਬੌਲੀ ਸਾਹਿਬ ਇਸੇ ਸਥਾਨ 'ਤੇ ਸੁਭਾਇਮਾਨ ਹੈ, ਜਿਸ ਦੀ ਦੇਖ ਰੇਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮਤਾ ਸਾਹਿਬ ਦੇ ਪ੍ਰਬੰਧਕ ਹੀ ਸੰਭਾਲ ਕਰ ਰਹੇ ਹਨ। ਇਹ ਬਹੁਤ ਹੀ ਦਰਸ਼ਨ ਕਰਨ ਜੋਗਾ ਸਥਾਨ ਹੈ। ਆਪ ਜੀ ਜਿੱਥੇ ਆਓ, ਜਦੋਂ ਆਓ, ਇੱਥੇ ਦਰਸ਼ਨ ਕਰਕੇ ਜ਼ਰੂਰ ਅੰਮ੍ਰਿਤ ਜਲ ਦਾ ਛਿੱਟਾ ਤੇ ਅੰਮ੍ਰਿਤ ਆਪਣੇ ਘਰ ਲੈ ਕੇ ਜਾਓ। ਗੁਰਦੁਆਰਾ ਬੌਲੀ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਚਾਲੇ ਪਾਏ ਗੁਰਦੁਆਰਾ ਭੰਡਾਰਾ ਸਾਹਿਬ ਦੇ। ਇਸੇ ਅਸਥਾਨ ਤੇ ਦੱਸਿਆ ਜਾਂਦਾ ਹੈ ਤੀਸਰੀ ਉਦਾਸੀ ਸਮੇਂ ਬਾਬੇ ਨਾਨਕ ਤੋਂ ਸਿੱਧਾਂ ਨੇ ਜੰਗਲ 'ਚ ਹੀ 36 ਪ੍ਰਕਾਰ ਦੇ ਭੋਜਨ ਕਰਾਉਣ ਲਈ ਇੱਛਾ ਵਿਅਕਤ ਕੀਤੀ। ਗੁਰੂ ਜੀ ਨੇ ਕੋਲ ਹੀ ਲੱਗੇ ਇੱਕ ਬੋਹੜ ਦੇ ਪੇੜ ਵੱਲ ਦੇਖਿਆ ਤੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਤੁਸੀਂ ਇਸ ਦਰਖਤ ਤੇ ਚੜ੍ਹ ਕੇ ਇਹਦੀ ਡਾਲੀ ਨੂੰ ਜ਼ੋਰਦਾਰ ਹਿਲਾਓ। ਤੇ ਮਰਦਾਨਾ ਜੀ ਨੇ ਉਵੇਂ ਹੀ ਕੀਤਾ। ਮਰਦਾਨਾ ਜੀ ਨੇ ਜਦੋਂ ਦਰਖਤ ਨੂੰ ਹਿਲਾਇਆ
ਤਾਂ ਉਸੇ ਦਰਖਤ ਤੋਂ 36 ਪ੍ਰਕਾਰ ਦੇ ਭੋਜਨ ਗਿਰਨ ਲੱਗੇ। ਸਾਰੇ ਸਿੱਧਾਂ ਨੇ 36 ਪ੍ਰਕਾਰ ਦੇ ਭੋਜਨ ਗ੍ਰਹਿਣ ਕਰ ਆਪਣੀ ਭੁੱਖ ਮਿਟਾਈ। ਉਸੇ ਸਮੇਂ ਤੋਂ ਇਸ ਸਥਾਨ ਦਾ ਨਾਮ ਭੰਡਾਰਾ ਸਾਹਿਬ ਪੈ ਗਿਆ ਤੇ ਅੱਜ ਤੱਕ ਭੰਡਾਰਾ ਸਾਹਿਬ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਇੱਥੇ ਸ਼ਰਧਾ ਪੂਰਵਕ ਸੰਗਤਾਂ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਪ੍ਰਤੇਕ ਅਮਾਵਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਮੰਦਰ ਸਾਹਿਬ ਦੁਆਰਾ ਇਸ ਸਥਾਨ ਤੇ ਅੰਮ੍ਰਿਤ ਸੰਚਾਰ ਕਰਾਇਆ ਜਾਂਦਾ ਹੈ। ਅੰਮ੍ਰਿਤ ਛਕੀਏ ਸਿੰਘ ਸਜੀਏ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਹੀ ਇੱਕ ਅਰਦਾਸ ਕਰੀਏ। ਸਤਿਗੁਰੂ ਜੀ ਨੂੰ ਕਿਰਪਾ ਕਰੋ, ਦਰੋਂ ਕਰੋ ਸਿੱਖੀ ਜੀਵਨ ਨਾਮ ਦਾ। ਵਾਹਿਗੁਰੂ ਇਸ ਤੋਂ ਬਾਅਦ ਅਸੀਂ ਆਪਣਾ ਲੰਗਰ ਪਾਣੀ ਛਕ ਕੇ ਆਰਾਮ ਕੀਤਾ ਤੇ ਅਗਲੀ ਸਵੇਰ ਨੂੰ ਗੁਰਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਪ੍ਰਸ਼ਾਦ ਕਰਾਇਆ ਤੇ ਅਰਦਾਸ ਕਰਕੇ ਗੁਰਦੁਆਰਾ ਰੀਠਾ ਸਾਹਿਬ ਵੱਲ ਚਾਲੇ ਪਾਏ। ਜੋ ਕਿ ਆਪ ਦੇਖ ਹੀ ਰਹੇ ਹੋ, ਠੀਕ ਸਾਹਮਣੇ ਗੁਰਦੁਆਰਾ ਰੀਠਾ ਸਾਹਿਬ ਦੀ ਰਿਹਾਇਸ਼ ਹੈ, ਦਫ਼ਤਰ ਹੈ ਤੇ ਸਾਹਮਣੇ ਹੀ ਗੁਰੂ ਸਥਾਨ ਸੁਸ਼ੋਭਿਤ ਹੈ। ਅਸੀਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਦਰਸ਼ਨ ਕੀਤੇ ਤੇ ਮਨ ਭਾਵੁਕ ਵੀ ਬਹੁਤ ਹੋ ਗਿਆ। ਇਹ ਬਹੁਤ ਹੀ ਠੰਡੀ ਜਗ੍ਹਾ ਤੇ ਬਣਿਆ ਹੋਇਆ ਹੈ। ਇਸ ਘਾਟੀ ਨੂੰ ਗਰਮ ਘਾਟੀ ਵੀ ਕਿਹਾ ਜਾਂਦਾ ਹੈ। ਗਰਮ ਸਮਝ ਕੇ ਤੁਸੀਂ ਇਹ ਨਾ ਜਾਣ ਲਿਓ ਕਿ ਵੀ ਇੱਥੇ ਗਰਮੀ ਪੈਂਦੀ ਹੈ। ਗਰਮ ਮੀਨਸ ਇੱਥੇ ਬਰਫ਼ ਨਹੀਂ ਪੈਂਦੀ। ਉੱਦਾਂ ਇੱਥੇ ਮੌਸਮ ਬਹੁਤ ਹੀ ਵਧੀਆ ਰਹਿੰਦਾ ਹੈ। ਪਿੱਛੇ ਨਦੀ ਵੀ ਵਹਿੰਦੀ ਹੈ। ਇੱਥੇ ਦਾ ਇਤਿਹਾਸ ਆਪ ਜੀ ਨੂੰ ਜੇ ਜਾਣੂ ਕਰਾਈਏ ਉਹ ਇਸ ਪ੍ਰਕਾਰ ਹੈ। ਠੰਡ ਦੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਇਸ ਪਾਵਨ ਸਥਾਨ ਤੇ ਕੱਤਕ ਦੀ ਪੂਰਨਮਾਸ਼ੀ ਨੂੰ ਪਹੁੰਚੇ। ਉਸ ਸਮੇਂ ਇਸ ਜਗ੍ਹਾ ਢੇਰਨਾਥ ਨਾਮ ਦੇ ਸਿੱਧਾਂ ਦੀ ਟੋਲੀ ਰਹਿੰਦੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚੇ ਤਾਂ ਉਸੇ ਸਮੇਂ ਸਿੱਧ ਲੋਕ ਇੱਕ ਰੀਠੇ ਦੇ ਰੁੱਖ ਥੱਲੇ ਇੱਕ ਪਾਸੇ ਬੈਠੇ ਸਨ। ਗੁਰੂ ਜੀ ਨੇ ਦੂਜੇ ਪਾਸੇ ਬਾਲਾ ਜੀ ਤੇ ਮਰਦਾਨਾ ਜੀ ਸਮੇਤ ਬੈਠ ਗਏ। ਫਿਰ ਸਿੱਧਾਂ ਨਾਲ ਪਰਮਾਤਮਾ ਪ੍ਰਾਪਤੀ ਦੀ ਗਿਆਨ ਚਰਚਾ ਹੋਈ। ਮਰਦਾਨਾ ਜੀ ਨੇ ਭੁੱਖ ਲੱਗਣ ਤੇ ਭੋਜਨ ਦੀ ਮੰਗ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਧਾਂ ਪਾਸੋਂ ਭੋਜਨ ਮੰਗਣ ਲਈ ਆਖਿਆ। ਸਿੱਧਾਂ ਨੇ ਮਰਦਾਨਾ ਜੀ ਨੂੰ ਕਿਹਾ, ਤੇਰਾ ਗੁਰੂ ਸਮਰਥ ਹੈ ਤੇ ਉਸ ਨੂੰ ਕਹੋ ਭੋਜਨ ਦੇਵੇ ਤੇ ਸਾਨੂੰ ਵੀ ਛਕਾਵੇ। ਇਹ ਸੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੀਠੇ ਦੇ ਫਲ ਵੱਲ ਉੱਪਰ ਇਸ਼ਾਰਾ ਕਰਕੇ ਕਿਹਾ, ਇਹ ਫਲ ਤੋੜ ਕੇ ਆਪ ਵੀ ਖਾਓ ਅਤੇ ਸਿੱਧਾਂ ਨੂੰ ਵੀ ਖਵਾਓ। ਰੀਠੇ ਦੇ ਕੌੜੇ ਫਲ ਸ਼ਹਿਦ ਵਰਗੇ ਮਿੱਠੇ ਹੋ ਗਏ। ਜਿਸ ਪਾਸੇ ਸਿੱਧ ਬੈਠੇ ਸਨ ਉਹ ਰੀਠੇ ਕੌੜੇ ਹੀ ਰਹੇ। ਇਸੇ ਕਰਕੇ ਗੁਰਬਾਣੀ 'ਚ ਵੀ ਲਿਖਿਆ ਹੈ, ਅਬ ਅਤ ਮధుਰ ਸਵਾਦ ਕੇ ਮਾਹੀ ਖਾਵਤ ਤਿਆਗੇ ਜਾਵਤ ਨਾਹੀ। ਇਹ ਦੇਖ ਸਿੱਧਾਂ ਨੇ ਗੁੱਸੇ ਵਿੱਚ ਆ ਕੇ ਮਰਦਾਨਾ ਜੀ ਵੱਲ ਰੁੱਖ ਤੇ ਇੱਕ ਜ਼ਹਿਰੀਲਾ ਸੱਪ ਆਪਣੀ ਸ਼ਕਤੀ ਨਾਲ ਛੱਡ ਦਿੱਤਾ। ਸੱਪ ਨੂੰ ਆਪਣੇ ਵੱਲ ਆਉਂਦੇ ਵੇਖ ਮਰਦਾਨਾ ਜੀ ਨੂੰ ਗੁਰੂ ਜੀ ਨੇ ਕਿਹਾ। ਉਸੇ ਸਮੇਂ ਗੁਰੂ ਨਾਨਕ ਦੇਵ ਜੀ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਸੱਪ ਵੱਲ ਵੇਖਿਆ ਤਾਂ ਸੱਪ ਪੱਥਰ ਹੋ ਗਿਆ। ਅੱਜ ਵੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਰੀਠੇ ਮਿੱਠੇ ਹਨ। ਅੱਜ ਵੀ ਰੀਠੇ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਢੇਰਨਾਥ ਜੀ ਸਿੱਧਾ ਸਮੇਤ ਆਪਣਾ ਡੇਰਾ ਚੁੱਕੇ ਇੱਥੋਂ ਤਕਰੀਬਨ 40 ਕਿਲੋਮੀਟਰ ਦੂਰ ਲੋ ਕਾਟ ਵੱਲ ਜਾ ਕੇ ਜ਼ਿੰਦਾ ਧਰਤੀ ਵਿੱਚ ਸਮਾ ਗਏ ਅਤੇ ਉੱਥੇ ਉਹਨਾਂ ਦੀ ਸਮਾਧ ਹੈ। ਸੋ ਗੁਰੂ ਪਿਆਰੀ ਸਾਧ ਸੰਗਤ, ਇਹ ਸੀਗਾ ਇਸ ਸਥਾਨ ਦਾ ਇਤਿਹਾਸ। ਇਤਿਹਾਸ ਨਾ ਕਹਿ ਕੇ ਮੈਂ ਕਹਾਂਗਾ ਗੌਰਵਮਈ ਇਤਿਹਾਸ। ਇਸ ਸਾਹਮਣੇ ਬਹੁਤ ਹੀ ਅੱਛੀ ਬਿਲਡਿੰਗ ਜੀ ਆਪ ਦਰਸ਼ਨ ਕਰ ਰਹੇ ਹੋ। ਸਾਹਮਣੇ ਰਿਹਾਇਸ਼ ਵੀ ਹੈ ਤੇ ਇੱਥੇ ਯਾਤਰੂ ਬਹੁਤ ਦੂਰੋਂ ਦੂਰੋਂ ਆਉਂਦੇ ਹਨ। ਇੱਥੇ 12 ਮਹੀਨੇ ਮੌਸਮ ਇੱਕੋ ਵਰਗਾ ਰਹਿੰਦਾ ਹੈ। ਇਹ ਗੁਰਦੁਆਰਾ ਸਾਹਿਬ ਸਾਹਮਣੇ ਸੁਸ਼ੋਭਿਤ ਹੈ। ਇਹ ਮੇਨ ਐਂਟਰੈਂਸ ਹੈ। ਇਹ ਫਸਟ ਫਲੋਰ ਤੇ ਬਣਿਆ ਹੋਇਆ ਹੈ। ਪਿੱਛੇ ਪਹਾੜੀਆਂ ਦਾ ਮਨਮੋਹਕ ਦ੍ਰਿਸ਼ ਇਸ ਗੁਰਦੁਆਰੇ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੰਦਾ ਹੈ।
ਇੱਥੇ ਗਰਾਊਂਡ ਫਲੋਰ ਤੇ ਹੀ ਅੰਦਰ ਐਂਟਰ ਕਰਦੇ ਹੀ ਖੱਬੇ ਪਾਸੇ ਜਿਹੜਾ ਮੀਠੇ ਰੀਠਿਆਂ ਦਾ ਰੁੱਖ ਸੀਗਾ, ਉਹ ਇੱਕ ਸਮੇਂ ਦੀ ਸਰਕਾਰ ਨੇ ਉਸ ਨੂੰ ਨਸ਼ਟ ਕਰਾ ਦਿੱਤਾ। ਲੋਕੀ ਕਹਿੰਦੇ ਹਨ ਕਿ ਉਹ ਆਪਣੇ ਆਪ ਹੀ ਨਸ਼ਟ ਹੋ ਗਿਆ, ਜਿਹਦੀ ਕਿ ਸਿਰਫ ਉਹਨੇ ਇੱਕ ਟਾਲੀ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਰੱਖੀ ਹੋਈ ਹੈ। ਉਹਦੇ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ। ਅਸੀਂ ਦਰਸ਼ਨ ਕੀਤੇ, ਲੰਗਰ ਪਾਣੀ ਛਕਿਆ। ਆਰਾਮ ਕਰਨ ਤੋਂ ਬਾਅਦ ਅਗਲੇ ਦਿਨ ਅਸੀਂ ਵਾਪਸ ਨਾਨਕ ਮਤਾ ਗੁਰਦੁਆਰਾ ਸਾਹਿਬ ਵੱਲ ਚਾਲੇ ਪਾ ਦਿੱਤੇ। ਉਹ ਇਸ ਕਰਕੇ ਪਾਏ ਕਿ ਰਾਸਤੇ ਵਿੱਚ ਸਾਨੂੰ ਸੰਗਤਾਂ ਨੇ ਦੱਸਿਆ ਸੀ ਕਿ ਇੱਥੇ 6ਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਇੱਕ ਗੁਰਦੁਆਰਾ ਸਾਹਿਬ, ਜਿਸ ਦਾ ਨਾਮ ਕਿਲ੍ਹਾ ਸਾਹਿਬ ਹੈ, ਉਹ ਵੀ ਸੁਸ਼ੋਭਿਤ ਹੈ, ਉਹਦੇ ਵੀ ਦਰਸ਼ਨ ਕਰਕੇ ਜਾਇਓ। ਸੋ ਅਸੀਂ ਮੈਪ 'ਤੇ ਗੁਰਦੁਆਰਾ ਕਿਲ੍ਹਾ ਸਾਹਿਬ ਨੂੰ ਸਰਚ ਕੀਤਾ ਅਤੇ ਅਸੀਂ ਉਸੇ ਗੰਤਵ ਸਥਾਨ 'ਤੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਗੁਰਦੁਆਰਾ ਸਾਹਿਬ ਤੋਂ ਤਕਰੀਬਨ 135 ਕਿਲੋਮੀਟਰ ਦੂਰ ਹੈ ਅਤੇ ਪਲੇਨ ਰੋਡ 'ਤੇ ਹੈ। ਇਹ ਇੱਕ ਪਿੰਡ ਦੇ ਅੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਆਸ-ਪਾਸ ਬਹੁਤ ਹੀ ਹਰੇ ਭਰੇ ਖੇਤ ਹਨ ਅਤੇ ਇੱਥੇ ਟਾਵਾਂ ਹੀ ਘਰ ਹੈ। ਆਪ ਜੀ ਦੇਖ ਰਹੇ ਹੋ, ਰਾਸਤੇ ਸਾਫ਼ ਹਨ। ਆਪ ਜੀ ਜਦੋਂ ਕਦੋਂ ਵੀ ਆਓ ਇਸ ਸਥਾਨ 'ਤੇ ਜ਼ਰੂਰ ਆਓ। ਇਹ ਸਥਾਨ ਥੋੜ੍ਹਾ ਦੂਰ ਹੋਣ ਕਰਕੇ ਜਾਂ ਇਹਦਾ ਪ੍ਰਚਾਰ ਜ਼ਿਆਦਾ ਨਾ ਹੋਣ ਕਰਕੇ ਇੱਥੇ ਸੰਗਤਾਂ ਬਹੁਤ ਘੱਟ ਪਹੁੰਚਦੀਆਂ ਹਨ। ਹੁਣ ਅਸੀਂ ਪਹੁੰਚ ਚੁੱਕੇ ਹਾਂ ਇਤਿਹਾਸਕ ਗੁਰਦੁਆਰਾ 6ਵੀਂ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ ਕਿਲ੍ਹਾ ਸਾਹਿਬ, ਜੋ ਕਿ ਉੱਤਰਾਖੰਡ ਦੇ ਬਿਡੌਰਾ ਮਝੋਲਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਇੱਥੇ ਦਾ ਇਤਿਹਾਸ ਇਸ ਪ੍ਰਕਾਰ ਹੈ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਇੱਕ ਉਦਾਸੀ ਸਾਧੂ ਅਲਮਸਤ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਪ ਸਥਾਨ ਨਾਨਕ ਮਤਾ ਸਾਹਿਬ ਦੇ ਪਿੱਪਲ ਹੇਠਾਂ ਧਰਮਸ਼ਾਲਾ ਬਣਾ ਕੇ ਸੇਵਾ ਕਰਿਆ ਕਰਦਾ ਸੀ। ਭੰਗਰਨਾਥ ਸਿੱਧ ਤੇ ਉਸ ਦੀ ਮੰਡਲੀ ਨੇ ਆਪਣੀ ਯੋਗ ਸਾਧਨਾ ਦੀ ਸ਼ਕਤੀ ਦੇ ਨਾਲ ਪਿੱਪਲ ਨੂੰ ਜਲਾ ਦਿੱਤਾ ਤੇ ਧੂਣਾ ਵੀ ਬੁਝਾ ਦਿੱਤਾ। ਬਾਬਾ ਅਲਮਸਤ, ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਕਰਕੇ ਅਰਦਾਸ ਕੀਤੀ ਕਿ ਆਪਣੇ ਸਥਾਨ ਨਾਨਕ ਮਤਾ ਸਾਹਿਬ ਤੇ ਆਪਣੇ ਨਿਸ਼ਾਨੇ ਪਿੱਪਲ ਸਾਹਿਬ ਜੀ ਦੀ ਰੱਖਿਆ ਕਰੋ। ਅੰਤਰਜਾਮੀ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸ ਸੁਣੀ ਤੇ ਸੱਚਖੰਡ ਦੀ ਧਰਤੀ ਅੰਮ੍ਰਿਤਸਰ ਜੀ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪ ਕੇ ਆਪਣੇ ਨਾਲ 5 ਪਿਆਰੇ ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਬਿਧੀ ਚੰਦ ਜੀ, ਭਾਈ ਨਗਾਹਾ ਜੀ ਤੇ ਭਾਈ ਗੱਟੂ ਜੀ ਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਨਾਨਕ ਮਤਾ ਵੱਲ ਚੱਲੇ ਪਾ ਦਿੱਤੇ। ਰਾਹ ਵਿੱਚ ਪਿੰਡਾਂ ਤੇ ਸ਼ਹਿਰਾਂ ਤੋਂ ਹੁੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਆਪ ਜੀ ਇਸ ਸਥਾਨ ਪਿੰਡ ਬਿਡੌਰਾ ਪਹੁੰਚੇ। ਇਹ ਜਿਹੜਾ ਆਪ ਜੀ ਪਵਿੱਤਰ ਰੁੱਖ ਦੇਖ ਰਹੇ ਹੋ, ਦਰਸ਼ਨ ਕਰ ਰਹੇ ਹੋ, ਇਸ ਰੁੱਖ ਦਾ ਇਤਿਹਾਸ ਇਸ ਪ੍ਰਕਾਰ ਹੈ ਕਿ ਇੱਥੇ ਜੰਗਲ ਵਿੱਚ ਕੁਝ ਸੁੱਕੇ ਕਿੱਲੇ ਮੰਗਵਾ ਕੇ ਆਪਣੇ ਹੱਥੀਂ ਧਰਤੀ ਵਿੱਚ ਗੱਡ ਕੇ ਘੋੜੇ ਬੰਨ੍ਹ ਦਿੱਤੇ। ਫਿਰ ਆਪਣੇ ਜੋੜੇ ਲਾ ਕੇ ਹੋਰ ਸਮਾਨ ਇੱਥੇ ਹੀ ਛੱਡ ਕੇ ਨੰਗੇ ਪੈਰੀ ਨਾਨਕ ਮਤਾ ਸਾਹਿਬ ਗਏ। ਇਹ ਜੋ ਸੰਗਤਾਂ ਦਰਸ਼ਨ ਕਰ ਰਹੀਆਂ ਹਨ, ਸੱਜੇ ਪਾਸੇ ਜਿਹੜੀ ਕਿੱਲਾ ਗੱਡਿਆ ਸੀ ਉਹ ਹੁਣ ਇੱਕ ਰੁੱਖ ਬਣ ਗਿਆ ਹੈ, ਜਿੱਥੇ ਬਾਬਾ ਜੀ ਦਾ ਸਰੂਪ ਆਪ ਦੇਖ ਰਹੇ ਹੋ ਇਸ ਸਮੇਂ। ਆਖੋ ਸਤਨਾਮ ਵਾਹਿਗੁਰੂ। ਇਸ ਸਥਾਨ ਤੇ 6ਵੇਂ ਪਾਤਸ਼ਾਹ ਜੀ ਨੇ, ਮੀਰੀ ਪੀਰੀ ਦੇ ਮਾਲਕ ਨੇ, ਆਪਣੇ ਘੋੜੇ ਬੰਨੇ ਸਨ। ਇਹ ਦੂਸਰੇ ਪਾਸੇ ਗੁਰੂ ਜੀ ਦੇ ਸਿੰਘਾਂ ਨੇ ਆਪਣੇ ਘੋੜੇ ਬੰਨੇ। ਇਸ ਤੋਂ ਬਾਅਦ ਗੁਰੂ ਸਾਹਿਬ ਗੁਰਦੁਆਰਾ ਨਾਨਕ ਮਤਾ ਸਾਹਿਬ ਨੰਗੇ ਪੈਰੀ ਪਹੁੰਚ ਗਏ। ਜਲ ਵਿੱਚ ਕੇਸਰ ਮਿਲਾ ਕੇ ਪਿੱਪਲ ਤੇ ਛਿੱਟੇ ਮਾਰੇ ਤਾਂ ਪਿੱਪਲ ਹਰਾ ਭਰਾ ਹੋ ਗਿਆ। ਜਦੋਂ ਭੰਗਰਨਾਥ ਨੇ ਹਰਿਆ ਭਰਿਆ ਪਿੱਪਲ ਵੇਖਿਆ ਤਾਂ ਪੀਲੀਭੀਤ ਦੇ ਰਾਜੇ ਬਾਜ ਬਹਾਦਰ ਕੋਲ ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਕਿ ਤੁਹਾਡੇ ਰਾਜ ਤੇ ਕਬਜ਼ਾ ਕਰਨ ਲਈ ਕੋਈ ਨਾ ਸ਼ਸਤਰਧਾਰੀ ਯੋਧਾ ਆਇਆ ਹੈ। ਇਹ ਸੁਣ ਕੇ ਰਾਜਾ ਬਾਜ ਬਹਾਦਰ ਆਪਣੀ ਸੈਨਾ ਲੈ ਕੇ ਸਿੱਧਾਂ ਨਾਲ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਤੁਰ ਪਿਆ। ਜਦੋਂ ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਚਰਨੀ ਢਹਿ ਪਿਆ ਤੇ ਮਾਫੀ ਮੰਗ ਲਈ, ਕਿਉਂਕਿ ਗੁਰੂ ਸਾਹਿਬ ਨੇ ਰਾਜੇ ਰਾਜ ਬਹਾਦਰ ਸਣੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਮੁਕਤ ਕਰਾਇਆ ਸੀ। ਗੁਰੂ ਸਾਹਿਬ ਜੀ ਨੇ ਰਾਜੇ ਤੇ ਸਿੱਧਾਂ ਨੂੰ ਤਾੜਨਾ ਕੀਤੀ ਕਿ ਇਲਾਕੇ ਚੋਂ ਨਿਕਲ ਜਾਣ ਤੇ ਹੁਕਮ ਕੀਤਾ। ਭੰਗਰਨਾਥ ਤੇ ਉਸ ਦੀ ਮੰਡਲੀ ਪਹਾੜਾਂ ਵਿੱਚ ਚਲੀ ਗਈ। ਗੁਰੂ ਜੀ ਨੇ ਜਾਂਦੇ ਹੋਏ ਬਾਬਾ ਅਲਮਸ ਜੀ ਨੂੰ ਇਸ ਬਚਨ ਕੀਤੇ, ਜਿਵੇਂ ਤੇਰੀ ਅਰਦਾਸ ਪੂਰੀ ਹੋਈ ਹੈ ਇਸੇ ਤਰ੍ਹਾਂ ਹਰ ਇੱਕ ਦੀ ਅਰਦਾਸ ਪੂਰੀ ਹੋਵੇਗੀ ਤੇ 8 ਪਹਿਰਾਂ ਵਿੱਚ ਇੱਕ ਵਾਰ ਸਾਡੇ ਦਰਸ਼ਨ ਜ਼ਰੂਰ ਹੋਣਗੇ। ਜਿਵੇਂ ਪਿੱਪਲ ਹਰਿਆ ਭਰਿਆ ਹੋਇਆ ਉਸੇ ਤਰ੍ਹਾਂ ਰਹਿੰਦੀ ਦੁਨੀਆ ਤੱਕ ਭਰੇ ਰਹਿਣਗੇ। ਸੁੱਕੇ ਕਿੱਲੇ ਵੀ ਹਰ ਤੁਸੀਂ ਸਾਡੇ ਚੈਨਲ ਨਾਲ ਵੀ ਜੁੜੇ ਰਹਿਣਾ। ਹੋਰ ਕੰਮ ਦੀਆਂ ਵੀਡੀਓ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਤੇ ਛੇਤੀ ਲਿਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।